इस तो वड्डा हंकार मोदी सरकार का हो सकता है कि रोटी गरीब की मुढ़लियां सुविधावां दे विच नहीं और पूंजीपति अपने गोदामां दे विच रख के अनाज नूं 50 तो 100 गुणा वध बेच सकता है। हर साल 5 लाख करोड़ रुपया अंबानिया अडानिया नूं छड्डिया जांदा है। 17 लाख करोड़ रुपये देश के बैंकों चों लुटाते मोदी वर्गे नीरव मोदी हो रहे जे कई लाखां करोड़ रुपया लैके भज गए। उदों कोई इन्हां नूं याद नहीं आई। ये साडे संविधान दे उत्ते हमला कर रहे ने। साडा संविधान आपसी भाईचारक सांझ दे विच बन्निया होया और अज ये साडे चुने नुमाइंदियां दी आवाज़ नूं दब रहे ने कि जे सरकारां जानियां जांदियां ने ते ओह गरीब दे भले लई जानियां जांदियां ने। कतार च आखिरी बंदा जिहड़ा खड़ा है ओहदे भले लई जानियां जांदियां ने। मैं कहना GST ने व्यापारी मारिया ते अज ये 0.1% पूंजीपतियां नूं फायदा देण दे लई ये साडे पंजाब दे किसानां नूं मार रहे ने। कि पहला FCI फसल चुकदी सी, हुण इन्हां कानूनां दे आउण तो बाद आपां FCI नूं मजबूर नहीं कर सकदे कि ओह फसल चुकण। कि अज इन्हां ने एक कानून क्यों लिआउंदे आ क्योंकि ई-नैम ते पहलां ही सी। सरकारी मंडियां दे विच ई-गवर्नेंस के नाल सरकारी खरीद हुंदी सी। ऑनलाइन मंडियां सीगियां, ऑनलाइन मंडियां दे उत्ते खरीद हुंदी सी। फिर ये कानून लिआउण दी की लोड़ सी? नवजोत ਸਿੰਘ ਸਿੱਧੂ ਅਕਸਰ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਉੱਥੇ ਹੀ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਵਿੱਚ ਗਰੀਬਾਂ ਨੂੰ ਕੰਬਲ ਵੰਡਣ ਪਹੁੰਚੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਪਹਿਲਾਂ FCI ਫਸਲ ਚੁੱਕਦੀਆਂ ਸੀ ਪਰ ਹੁਣ ਕਾਨੂੰਨ ਆਉਣ ਤੋਂ ਬਾਅਦ FCI ਨੂੰ ਮਜਬੂਰ ਨਹੀਂ ਕਰ ਸਕਦੇ। ਹੁਣ ਸਮਾਂ ਆ ਗਿਆ ਹੈ ਕਿ ਕੇਂਦਰ ਦੇ ਖਿਲਾਫ ਡਟ ਕੇ ਮੁਕਾਬਲਾ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਸਰਕਾਰੀ ਮੰਡੀਆਂ ਵਿੱਚ ਆਨਲਾਈਨ ਖਰੀਦ ਹੁੰਦੀ ਸੀ, ਫਿਰ ਇਹ ਕਾਨੂੰਨ ਲਿਆਉਣ ਦੀ ਜ਼ਰੂਰਤ ਕੀ ਸੀ? ਇਸ ਤਰ੍ਹਾਂ ਵੱਡੇ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਕਾਨੂੰਨ ਲਿਆਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਕਿਸਾਨ ਦਾ ਹੱਕ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਭੁੱਖਮਰੀ ਆਵੇਗੀ ਅਤੇ ਰੋਟੀ ਕੱਪੜਾ ਮਕਾਨ ਮੁਸ਼ਕਿਲ ਹੋ ਜਾਵੇਗਾ। ਸਿੱਧੂ ਨੇ ਕਿਹਾ ਕਿ ਅਨਾਜ ਗਰੀਬਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗਾ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਤੋਂ ਸਸਤਾ ਅਨਾਜ ਦੂਜੀ ਸਟੇਟ ਦੇ ਰਹੀ ਹੈ। ਇਸ ਮੌਕੇ ਕੇਂਦਰ ਸਰਕਾਰ ਦੇ ਖਿਲਾਫ ਬੋਲਦੇ ਹੋਏ ਕਿਹਾ ਕਿ ਹੁਣ ਲੜਾਈ ਦਾ ਸਮਾਂ ਆ ਗਿਆ ਕਿ ਇਕਜੁੱਟ ਹੋ ਕੇ ਇਹਨਾਂ ਦੇ ਖਿਲਾਫ ਮੋਰਚਾ ਖੋਲਣਾ ਪਵੇਗਾ। ਉਹਨਾਂ ਨੇ ਕਿਹਾ ਕਿ ਰਾਵਣ ਵੀ ਹੰਕਾਰੀ ਸੀ ਅਤੇ ਇਸ ਸਮੇਂ ਦੇਸ਼ ਵਿੱਚ ਕੁਝ ਲੋਕਾਂ ਦਾ ਹੰਕਾਰ ਤੋੜਨ ਦੀ ਜ਼ਰੂਰਤ ਹੈ। ਇਸ ਲਈ ਸਭ ਨੂੰ ਇਕੱਠਾ ਹੋ ਕੇ ਅੱਗੇ ਆਣਾ ਪਵੇਗਾ। ਜੇ ਆਪਣੇ ਵੱਲ ਵੇਖਾਂ ਉਹ ਸਿੱਧੂ ਸਵੇਰੇ ਸਵੇਰੇ ਆਇਨਾ ਦੇਖਦਾ ਹੈ। ਜੇ ਆਪਣੇ ਵੱਲ ਵੇਖਾਂ ਤੇ ਕੁਛ ਨਹੀਂ ਪੱਲੇ। ਉਹਦੀ ਰਹਿਮਤ ਉਸ ਵਾਹਿਗੁਰੂ ਦੀ ਰਹਿਮਤ ਤੇ ਈਸਟ ਵਾਲਿਆਂ ਦੇ ਪਿਆਰ ਵੱਲ ਵੇਖਾਂ ਤੇ ਸਿੱਧੂ ਦੀ ਬੱਲੇ ਬੱਲੇ, ਸਿੱਧੂ ਦੀ ਬੱਲੇ ਬੱਲੇ। ਅੱਜ ਬੜੇ ਹੀ ਸੰਜੀਦਾ ਮਸਲੇ ਦੇ ਉੱਤੇ ਗੱਲ ਕਰਨਾ ਆ। ਆਪਾਂ ਘੰਟੇ ਦੇ ਵਿੱਚ ਫੰਕਸ਼ਨ ਮੁਕਾ ਦੇਣਾ, ਇਬਾਦਤ ਹੀ ਕਰਨਾ ਆ। ਇਹ ਜਿਹੜਾ ਅੱਜ ਕੰਬਲ ਵੰਡੇ ਜਾਣੇ ਆ ਜਾਂ ਪਰੋਕਾਰ ਦੀ ਗੱਲ ਹੈ, ਮੈਂ ਆਪਣੇ ਲਈ ਕਰਨਾ ਆ, ਆਪਣੀ ਆਤਮਾ ਦੇ ਲਈ ਕਰਨਾ ਆ। ਕਿਉਂਕਿ ਇਬਾਦਤ ਨਹੀਂ ਹੈ ਤਫਸੀਰ ਨੂੰ ਘੁਮਾ ਦੇਣਾ। ਇਬਾਦਤ ਹੈ ਕਿਸੇ ਭੁੱਖੇ ਨੂੰ ਰਜਾ ਦੇਣਾ, ਕਿਸੇ ਰੋਂਦੇ ਨੂੰ ਹਸਾ ਦੇਣਾ, ਕਿਸੇ ਉਜੜੇ ਨੂੰ ਵਸਾ ਦੇਣਾ। ਇਹ ਇਬਾਦਤ ਹੈ ਔਰ ਇਸ ਤੋਂ ਵੱਡੀ ਕੋਈ ਇਬਾਦਤ ਨਹੀਂ। ਲੇਕਿਨ ਅੱਜ ਸਭ ਤੋਂ ਪਹਿਲਾਂ ਮੈਂ ਸਾਰੇ ਪੰਜਾਬ ਨੂੰ, ਸਾਰੇ ਹਿੰਦੁਸਤਾਨ ਨੂੰ ਦਸਹਿਰੇ ਦੀਆਂ ਮੁਬਾਰਕਾਂ ਦਿੰਦਾ। ਢੇਰ ਸਾਰੀਆਂ ਜੱਫੀ ਪਾ ਕੇ ਗਲ ਲੱਗ ਕੇ ਘੁੱਟ ਕੇ ਠਾਂ ਕਰਦੀ ਕਿਉਂਕਿ ਇਹ ਅੱਜ ਬੜਾ ਵੱਡਾ ਮੁਕੱਦਸ ਦਿਨ ਹੈ। ਇਹ ਨੇਕੀ ਦੀ ਬਦੀ ਦੇ ਉੱਤੇ ਜਿੱਤ ਦਾ ਦਿਨ ਹੈ। 1 ਲੱਖ ਪੁੱਤ ਸੀ, 1.25 ਲੱਖ ਨਾਤੀ ਸੀ ਰਾਵਣ ਦਾ, ਵਿਦਵਾਨ ਸੀ, ਲੇਕਿਨ ਅਹੰਕਾਰ ਦੇ ਕਾਰਨ ਕੋਈ ਸਰੀਰ ਚੁੱਕਣ ਵਾਲਾ ਨਹੀਂ ਲੱਭਿਆ। ਔਰ ਅੱਜ ਇਹ ਜਿਹੜਾ ਮੁਕੱਦਸ ਦਿਨ ਹੈ ਇਹ ਪ੍ਰਤੀਕ ਹੋਊਗਾ ਕਿ ਜਿੱਦਾਂ ਰਾਵਣ ਦਾ ਅਹੰਕਾਰ ਟੁੱਟਿਆ ਸੀ ਔਰ ਸੰਕਟ ਮੋਚਨ ਹਨੂਮਾਨ ਜੀ ਨੂੰ ਪੁੱਛਿਆ ਕਿ ਤੂੰ ਲੰਕਾ ਜਲਾਤੀ, ਲੰਕਾ ਤੇ ਖਾਕ ਹੋ ਗਈ, ਇਹ ਕਿਵੇਂ ਹੋਇਆ? ਉਹਨੇ ਕਿਹਾ ਲੰਕਾ ਜਲੀ ਸ਼੍ਰੀ ਰਾਮ ਦੇ ਪ੍ਰਤਾਪ ਨਾਲ, ਮਾਤਾ ਸੀਤਾ ਦੇ ਸੰਤਾਪ ਨਾਲ ਤੇ ਰਾਵਣ ਦੇ ਅਹੰਕਾਰ ਤੇ ਪਾਪ ਦੇ ਨਾਲ। ਤੇ ਜਿਵੇਂ ਰਾਵਣ ਦਾ ਅਹੰਕਾਰ ਟੁੱਟਿਆ ਸੀ ਨਾ ਵਰਸ਼ਾਂ ਹਜ਼ਾਰਾਂ ਸਾਲ ਪਹਿਲਾਂ, ਅੱਜ ਸੈਂਟਰ ਦੀ ਇਸ ਅਹੰਕਾਰੀ ਸਰਕਾਰ ਦਾ ਵੀ ਅਹੰਕਾਰ ਟੁੱਟਣਾ। ਪੰਜਾਬ ਦੇ ਕਿਸਾਨੀ ਮੁੱਦਿਆਂ ਦੇ ਉੱਤੇ ਇਹ ਵੀ ਤੁਹਾਨੂੰ ਪੈਰਾਂ ਦੇ ਵਿੱਚ ਲੋਟਦੇ ਨਜ਼ਰ ਆਉਣਗੇ।
ਇਹ ਸਾਡੇ ਸੰਵਿਧਾਨ ਦੇ ਉੱਤੇ ਹਮਲਾ ਕਰ ਰਹੇ ਨੇ। ਸਾਡਾ ਸੰਵਿਧਾਨ ਆਪਸੀ ਭਾਈਚਾਰਕ ਸਾਂਝ ਦੇ ਵਿੱਚ ਬੰਨਿਆ ਹੋਇਆ ਔਰ ਅੱਜ ਇਹ ਸਾਡੇ ਚੁਣੇ ਨੁਮਾਇੰਦਿਆਂ ਦੀ ਆਵਾਜ਼ ਨੂੰ ਦੱਬ ਰਹੇ ਨੇ, ਸਾਡੀ ਭਾਈਚਾਰਕ ਸਾਂਝ ਨੂੰ ਦੱਬ ਰਹੇ ਨੇ। ਹਰ ਇੱਕ ਪ੍ਰਾਂਤ, ਹਰ ਇੱਕ ਸਟੇਟ ਦੇ ਅੱਡ-ਅੱਡ ਮਸਲੇ ਨੇ, ਅੱਡ-ਅੱਡ ਮੁੱਦੇ ਨੇ, ਅੱਡ-ਅੱਡ ਗੱਲਾਂ ਨੇ। ਇਹ ਕਿੱਥੋਂ ਦਾ ਇਨਸਾਫ ਹੈ ਮੋਦੀ ਜੀ ਕਿ ਤੁਸੀਂ ਪੰਜਾਬ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਆਵਾਜ਼ ਦੱਬ ਰਹੇ ਹੋ, ਜਿਹੜੇ ਸਿੰਗਲ ਮਾਰਕੀਟ ਔਰ ਵਨ ਨੇਸ਼ਨ ਵਨ ਮਾਰਕੀਟ ਦੀ ਗੱਲ ਕਰਦੇ ਆ, ਉਹ ਪੰਜਾਬ ਦੀ ਆਵਾਜ਼ ਨੂੰ ਸੰਵਿਧਾਨ ਦੇ ਮੁਖਾਲਫਤ ਕਰ ਰਹੇ ਆ ਔਰ ਪੰਜਾਬ ਦੇ ਚੁਣੇ ਨੁਮਾਇੰਦਿਆਂ ਦੀ ਆਵਾਜ਼ ਨੂੰ ਦੱਬਣ ਦਾ ਪ੍ਰਯਾਸ ਕਰ ਰਹੇ ਨੇ। ਸਾਡਾ ਪੀੜ੍ਹੀਆਂ ਦਾ ਇਨਫਰਾਸਟ੍ਰਕਚਰ, ਸਾਡੇ ਆੜ੍ਹਤੀਏ, ਸਾਡਾ ਮੰਡੀਆਂ ਦਾ ਇਨਫਰਾਸਟ੍ਰਕਚਰ ਬਾਪ ਦਾਦਿਆਂ ਦਾ ਬਣਾਇਆ ਹੋਇਆ, ਉਹਨੂੰ ਤਬਾਹ ਕਰਨ ਦੇ ਉੱਤੇ ਅੱਜ ਤੁਲੇ ਹੋਏ ਨੇ। ਤੇ ਮੈਂ ਅੱਜ ਗਗਨ ਦਮਾਮਾ ਵਜਾਉਣਾ, ਮੈਂ ਅੱਜ ਇਸ ਗੱਲ ਦਾ ਸ਼ੰਖਨਾਦ ਕਰਦਾ ਕਿ ਆਪਾਂ ਇਕੱਠੇ ਹੋ ਕੇ ਇਸ ਸਰਬੱਤ ਦੇ ਭਲੇ ਦੀ ਲੜਾਈ ਦੇ ਵਿੱਚ ਟੁੱਟੀਏ ਔਰ ਟੁੱਟ ਕੇ ਪਈਏ ਔਰ ਇੱਕ ਐਸਾ ਮਿਸਾਲ ਕਾਇਮ ਕਰੀਏ। ਮੇਰੀ ਗੱਲ ਨੂੰ ਅੱਜ ਸੰਜੀਦਗੀ ਨਾਲ ਸੁਣਨਾ, ਕਿਸੇ ਤਾੜੀ ਦੀ ਲੋੜ ਨਹੀਂ, ਕਿਸੇ ਨਾਰੇ ਦੀ ਲੋੜ ਨਹੀਂ। ਮੈਂ ਤੁਹਾਨੂੰ ਅੱਜ ਅੱਧਾ ਘੰਟਾ ਬੋਲੂੰਗਾ, ਉਸ ਤੋਂ ਬਾਅਦ ਕੰਬਲ ਵੰਡਣੇ ਔਰ ਫੰਕਸ਼ਨ ਆਪਾਂ ਮੁਕਾ ਦਿਆਂਗੇ। ਮੈਂ ਬੜੇ ਇਤਮਾਨਾਨ ਦੇ ਨਾਲ ਅੱਜ ਗੱਲਾਂ ਕਰਨੀਆਂ ਤੁਹਾਡੇ ਨਾਲ। ਤੁਸੀਂ ਅੱਜ ਇੱਕ ਗੱਲ ਯਾਦ ਰੱਖਣਾ ਕਿ ਜੇ ਸਰਕਾਰਾਂ ਜਾਣੀਆਂ ਜਾਂਦੀਆਂ ਨੇ ਤੇ ਉਹ ਗਰੀਬ ਦੇ ਭਲੇ ਲਈ ਜਾਣੀਆਂ ਜਾਂਦੀਆਂ ਨੇ। ਕਤਾਰ 'ਚ ਆਖਰੀ ਬੰਦਾ ਜਿਹੜਾ ਖੜਾ ਉਹਦੇ ਭਲੇ ਲਈ ਜਾਣੀਆਂ ਜਾਂਦੀਆਂ ਨੇ। ਮੈਂ ਕਹਿੰਦਾ GST ਨੇ ਵਪਾਰੀ ਮਾਰਿਆ ਤੇ ਅੱਜ ਇਹ 0.1% ਪੂੰਜੀਪਤੀਆਂ ਨੂੰ ਫਾਇਦਾ ਦੇਣ ਦੇ ਲਈ ਇਹ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਮਾਰ ਰਹੇ ਨੇ। ਇਹ 5-5 ਲੱਖ ਕਰੋੜ ਰੁਪਈਆ ਛੱਡਦੇ ਆ ਅੰਬਾਨੀਆਂ ਤੇ ਅਡਾਨੀਆਂ ਨੂੰ, 5-5 ਲੱਖ ਕਰੋੜ ਰੁਪਈਆ ਹਰ ਸਾਲ ਛੱਡਦੇ ਆ ਤੇ ਉਹਨੂੰ ਕਹਿੰਦੇ ਆ ਇਨਸੈਂਟਿਵ। ਹਰ ਸਾਲ 5 ਲੱਖ ਕਰੋੜ ਰੁਪਈਆ ਅੰਬਾਨੀਆਂ ਅਡਾਨੀਆਂ ਨੂੰ ਛੱਡਿਆ ਜਾਂਦਾ। 17 ਲੱਖ ਕਰੋੜ ਰੁਪਈਏ ਦੇਸ਼ ਦੇ ਬੈਂਕਾਂ ਚੋਂ ਲੁਟਾਤੇ ਮੋਦੀ ਵਰਗੇ, ਨੀਰਵ ਮੋਦੀ ਹੋ ਰਹੇ ਜੇ ਕਈ ਲੱਖਾਂ ਕਰੋੜ ਰੁਪਈਆ ਲੈ ਕੇ ਭੱਜ ਗਏ। ਉਦੋਂ ਕੋਈ ਇਹਨਾਂ ਨੂੰ ਯਾਦ ਨਹੀਂ ਆਈ। ਉਹ ਸਿਰਫ 1% ਪੂੰਜੀਪਤੀ ਹੈ ਜਿਹੜਾ ਬਾਹਰ ਜਾ ਕੇ ਸਵਿਸ ਬੈਂਕਾਂ ਦੇ ਵਿੱਚ ਆਪਣਾ ਪੈਸਾ ਜਮ੍ਹਾਂ ਕਰਾਉਂਦਾ। ਉਹਨੂੰ ਜਦੋਂ ਪੈਸੇ ਛੱਡਦੇ ਆ 17 ਲੱਖ ਕਰੋੜ ਦੇ ਬੈਂਕ ਲੁਟਵਾਉਂਦੇ ਆ ਹਿੰਦੁਸਤਾਨ ਦੇ, ਉਹਨੂੰ ਕਹਿੰਦੇ ਆ ਇਨਸੈਂਟਿਵ। ਤੇ ਜਦੋਂ ਗਰੀਬ ਦੀ ਸਬਸਿਡੀ ਦੀ ਗੱਲ, ਗਰੀਬ ਨੂੰ ਕੁਝ ਦੇਣਾ ਹੋਵੇ, MSP ਦੀ ਗੱਲ ਆਉਂਦੀ ਆ, ਉਹਨੂੰ ਕਹਿੰਦੇ ਆ ਸਬਸਿਡੀ। ਮੈਂ ਕਹਿੰਦਾ ਤਕਾਰ ਹੈ, ਚੁੱਕਦੇ ਹੋ ਨੇ ਜਿਹਨਾਂ 'ਚ ਜਾਨ ਹੁੰਦੀ ਆ, ਆਕੜਨਾ ਤੇ ਮੁਰਦਿਆਂ ਦੀ ਪਛਾਣ ਹੁੰਦੀ ਆ। ਔਰ ਤੁਹਾਡੀ ਹੈਂਕਲ ਪੰਜਾਬ ਦਾ ਕਿਸਾਨ, ਪੰਜਾਬ ਦਾ ਇੱਕ ਇੱਕ ਬੰਦਾ ਇਕਜੁੱਟ ਹੋ ਕੇ, ਇੱਕ ਮੁੱਠ ਹੋ ਕੇ ਇਹ ਕੱਢੂਗਾ। ਅੱਜ ਇਹ 3 ਕਾਲੇ ਕਾਨੂੰਨ ਜਿਹੜੇ ਲਿਆਂਦੇ ਗਏ ਆ ਸਾਡੀ ਵਿਧਾਨ ਸਭਾ ਦੇ ਵਿੱਚ, ਇਹਨਾਂ ਕਾਨੂੰਨਾਂ ਦੇ ਖਿਲਾਫ ਆਵਾਜ਼ ਚੁੱਕੀ ਗਈ ਹੈ, ਇਹਨਾਂ ਦਾ ਵਿਰੋਧ ਕੀਤਾ ਗਿਆ ਔਰ ਪੰਜਾਬੀਅਤ ਦਾ ਸੰਘਰਸ਼ ਝੰਡੇ 'ਚ ਡੰਡਾ ਲਾ ਕੇ ਉਹਦਾ ਗਗਨ ਦਮਾਮਾ ਵਜਾਇਆ ਗਿਆ। ਮੈਂ ਵਧਾਈ ਦਿੰਦਾ ਔਰ ਡਟ ਕੇ ਵਧਾਈ ਦਿੰਦਾ ਪੰਜਾਬ ਸਰਕਾਰ ਨੂੰ ਔਰ ਪੰਜਾਬ ਦੀ ਵਿਧਾਨ ਸਭਾ ਨੂੰ ਕਿ ਕਾਲੇ ਕਾਨੂੰਨਾਂ ਦੇ ਮੂੰਹ ਤੇ ਚਪੇੜ ਮਾਰੀ ਹੈ ਵਿਧਾਨ ਸਭਾ ਨੇ, ਠੋਕ ਕੇ ਠਾਂ ਕਰਦਾ ਗਰਜਿਆ ਚਪੇੜ ਔਰ ਉਹਦਾ ਸ਼ੰਖਨਾਦ ਪੂਰੇ ਹਿੰਦੁਸਤਾਨ ਦੇ ਵਿੱਚ ਗਿਆ। ਅੱਜ ਪੰਜਾਬ ਦੀ ਕਿਸਾਨੀ ਤੇ ਜਵਾਨੀ ਇਕਜੁੱਟ ਹੋ ਕੇ, ਇੱਕ ਮੁੱਠ ਹੋ ਕੇ ਇੱਕ ਸੰਘਰਸ਼ ਦੇ ਵਿੱਚ ਖੜੇ। ਉਹ ਕਾਹਦਾ ਸੰਘਰਸ਼ ਹੈ? ਉਹ ਸਾਡੇ ਵਜੂਦ ਦਾ ਸੰਘਰਸ਼ ਹੈ, ਸਾਡੀ ਐਗਜ਼ਿਸਟੈਂਸ ਦਾ ਸੰਘਰਸ਼ ਹੈ, ਸਾਡੀ ਹੋਂਦ ਦਾ ਸੰਘਰਸ਼ ਹੈ। ਤੇ ਜਿਹੜੇ ਲੋਕ ਇਹ ਕਹਿ ਰਹੇ ਨੇ ਕਿ ਬਾਹਰਲੀਆਂ ਤਾਕਤਾਂ ਇਸ ਸੰਘਰਸ਼ ਨੂੰ ਚਲਾ ਰਹੀਆਂ ਨੇ, ਉਹ ਕਿਸਾਨ ਦੀ ਪੱਗ ਨੂੰ ਹੱਥ ਪਾ ਰਹੀਆਂ ਨੇ, ਨਿਰਾਦਰ ਕਰ ਰਹੀਆਂ ਨੇ, ਅਪਮਾਨ ਕਰ ਰਹੀਆਂ ਨੇ ਇਸ ਸੱਚੇ ਸੰਘਰਸ਼ ਦਾ ਔਰ ਨਾਕਾਬਲੀਅਤ ਦਿਖਾ ਰਹੀਆਂ ਨੇ, ਸਮੱਸਿਆ ਦੀ ਹੱਲ ਕਰਨ ਦਾ ਨਾਕਾਬਲੀਅਤ ਦਿਖਾ ਰਹੀਆਂ। ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜਿਹੜੇ ਇਹ ਬਿੱਲ ਪਾਸ ਕੀਤੇ ਆ ਸਾਡੀ ਵਿਧਾਨ ਸਭਾ ਨੇ, ਇੱਕ ਦਿਖਾਵਾ ਬਣ ਕੇ ਰਹਿ ਜਾਊਗਾ ਕਿਉਂਕਿ ਰਾਸ਼ਟਰਪਤੀ ਨੂੰ ਭੇਜਿਆ। ਰਾਸ਼ਟਰਪਤੀ 2 ਸਾਲ ਰੱਖ ਕੇ ਸੌਂ ਜੇ ਜਾਂ 6 ਮਹੀਨਿਆਂ ਬਾਅਦ ਨਾ ਕਰਦੇ, ਇਹ ਕੋਈ ਨਹੀਂ ਕਹਿ ਸਕਦਾ। ਇਹ ਕਿਤੇ ਨਹੀਂ ਲਿਖਿਆ ਕਿਉਂਕਿ ਰਾਸ਼ਟਰਪਤੀ ਵੀ ਸੈਂਟਰ ਦੀ ਸਰਕਾਰ ਦਾ ਤੇ ਗਵਰਨਰ ਵੀ ਸੈਂਟਰ ਦੀ ਸਰਕਾਰ ਦਾ। ਇਸ ਕਰਕੇ
ਆਪਣੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਹ ਕੋਈ ਪੱਕਾ ਨਹੀਂ ਕਿ ਪੰਜਾਬ ਦੇ ਵਿੱਚ ਆਉਣ ਵਾਲਾ ਸਮਾਂ ਕੈਸਾ ਹੋਣਾ। ਪਰ ਇੱਕ ਗੱਲ ਪੱਕੀ ਹੈ ਕਿ ਪਹਿਲਾਂ FCI ਫਸਲ ਚੁੱਕਦੀ ਸੀ, ਹੁਣ ਇਹਨਾਂ ਕਾਨੂੰਨਾਂ ਦੇ ਆਉਣ ਤੋਂ ਬਾਅਦ ਆਪਾਂ FCI ਨੂੰ ਮਜਬੂਰ ਨਹੀਂ ਕਰ ਸਕਦੇ ਕਿ ਉਹ ਫਸਲ ਚੁੱਕਣ, ਸਰਕਾਰੀ ਖਰੀਦ ਕਰਨ, ਕਿਉਂਕਿ ਗੱਲ ਤਾਂ ਸਿਰਫ ਸਰਕਾਰੀ ਖਰੀਦ ਦੀ ਹੈ ਵੀ ਸਰਕਾਰੀ ਖਰੀਦ ਹੋਊ ਕਿ ਨਹੀਂ ਹੋਊ। ਸਾਨੂੰ ਕੇਂਦਰ ਦੇ ਖਿਲਾਫ ਡਟ ਕੇ ਲੜਨਾ ਪਊ। ਇਸ ਲਈ ਮੈਂ ਅੱਜ ਇਹ ਕਹਿ ਰਿਹਾ ਕਿ ਅੱਜ ਆਪਾਂ ਇਕਜੁੱਟ ਹੋ ਕੇ, ਇੱਕ ਮੁੱਠ ਹੋ ਕੇ ਕਾਮਨ ਮਿਨੀਮਮ ਪ੍ਰੋਗਰਾਮ ਦੀ ਗੱਲ ਕਰੀਏ। ਮੈਂ ਬੜੇ ਟਿਕਾ ਕੇ ਇਹ ਗੱਲ ਕਹਿ ਰਿਹਾ ਕਿ ਅੱਜ ਇਹਨਾਂ ਨੇ ਇਹ ਕਾਨੂੰਨ ਕਿਉਂ ਲਿਆਉਂਦੇ ਆ, ਕਿਉਂਕਿ ਈ-ਨੈਮ ਤੇ ਪਹਿਲਾਂ ਹੀ ਸੀ। ਸਰਕਾਰੀ ਮੰਡੀਆਂ ਦੇ ਵਿੱਚ ਈ-ਗਵਰਨੈਂਸ ਦੇ ਨਾਲ ਸਰਕਾਰੀ ਖਰੀਦ ਹੁੰਦੀ ਸੀ, ਆਨਲਾਈਨ ਮੰਡੀਆਂ ਸੀਗੀਆਂ, ਆਨਲਾਈਨ ਮੰਡੀਆਂ ਦੇ ਉੱਤੇ ਖਰੀਦ ਹੁੰਦੀ ਸੀ। ਫਿਰ ਇਹ ਕਾਨੂੰਨ ਲਿਆਉਣ ਦੀ ਕੀ ਲੋੜ ਸੀ? ਇਹ ਕਾਨੂੰਨ ਇਸ ਕਰਕੇ ਲਿਆਂਦੇ ਆ ਵੀਰੋ ਕਿ ਕਿਸਾਨ ਦੇ ਹੱਕ ਖੋ ਕੇ, ਉਹਦੇ ਕਾਨੂੰਨੀ ਅਧਿਕਾਰ ਖੋ ਕੇ, ਉਹਦੇ ਕਾਨੂੰਨੀ ਅਧਿਕਾਰ ਮਾਰ ਕੇ ਇਹ ਅੰਬਾਨੀ ਤੇ ਅਡਾਨੀ ਦੇ ਹੱਥਾਂ ਦੇ ਵਿੱਚ ਪੰਜਾਬ ਦੀਆਂ ਮੰਡੀਆਂ, ਪੰਜਾਬ ਦਾ ਮੁਨਾਫਾ 5-5 ਹਜ਼ਾਰ ਕਰੋੜ ਦਾ ਜਿਹੜਾ ਸਾਡਾ ਸਾਲ ਦਾ ਆਉਂਦਾ ਸੀਗਾ, ਉਹ ਇਸ ਕਰਕੇ ਹੋ ਰਿਹਾ। ਇਸ ਕਰਕੇ ਇਹ ਪੂੰਜੀਪਤੀਆਂ ਦੇ ਹੱਥਾਂ ਦੇ ਵਿੱਚ ਸਾਡਾ ਸਾਰਾ ਕੁਝ ਦੇਣਾ ਚਾਹੁੰਦੇ ਆ। ਇਹ ਜਿਹੜੀ ਬਿਜਲੀ ਦੀ ਸਬਸਿਡੀ ਕਿਸਾਨਾਂ ਨੂੰ ਮਿਲਦੀ ਆ, ਇਹ ਇਲੈਕਟ੍ਰਿਸਿਟੀ ਦਾ ਬਿੱਲ ਲਿਆ ਕੇ ਉਹ ਵੀ ਖਤਮ ਕਰਨਗੇ। ਮੈਂ ਤੁਹਾਨੂੰ ਅੱਜ ਦੱਸ ਰਿਹਾ, ਇਹ ਕਹਿਣਗੇ ਡਾਇਰੈਕਟ ਪੈਸੇ ਪਾਓ ਗਰੀਬ ਦੇ ਅਕਾਊਂਟ ਦੇ ਵਿੱਚ। ਤੇ ਜਿਹੜੀ ਸਰਕਾਰ ਦੇ ਕੋਲ ਅੱਜ ਲੋਨ ਲੈ ਕੇ, ਕਰਜ਼ੇ ਲੈ ਕੇ ਜਿਹੜੀ ਸਰਕਾਰ ਬੈਠੀ ਹੈ, ਜਿਹਦੀ GST ਵੀ ਸੈਂਟਰ ਦੀ ਸਰਕਾਰ ਦੱਬੀ ਬੈਠੀ ਹੈ, ਉਹ ਗਰੀਬ ਨੂੰ ਕਿੱਦਾਂ ਡਾਇਰੈਕਟ ਬੈਂਕ ਟ੍ਰਾਂਸਫਰ ਕਰੂ? ਤੇ ਜੇ ਡਾਇਰੈਕਟ ਬੈਂਕ ਟ੍ਰਾਂਸਫਰ ਇਹਨਾਂ ਨੇ ਕਰਤੀ ਹੈ, PDS ਵੀ ਮਾਰ ਦੇਣਗੇ, ਇਹ ਪੰਜਾਬ ਦੀ ਫਸਲ ਚੁੱਕਣੀ ਵੀ ਬੰਦ ਕਰ ਦੇਣਗੇ। ਫੂਡ ਇਨਫਲੇਸ਼ਨ ਆਊ। ਧਿਆਨ ਨਾਲ ਮੇਰੀ ਗੱਲ ਨੂੰ ਸੁਣਿਓ, ਅੱਧਾ ਘੰਟਾ ਲੱਗਣਾ। ਮੈਨੂੰ ਪਤਾ ਹੈ ਗੱਲਾਂ ਬੜੀਆਂ ਗੁੱਝੀਆਂ ਨੇ, ਆਮ ਬੰਦਾ ਇਹਨਾਂ ਨੂੰ ਸਮਝਦਾ ਨਹੀਂ, ਪਰ ਜੇ ਆਮ ਆਦਮੀ ਸਮਝੂਗਾ ਤਾਂ ਹੀ ਆਪਾਂ ਇਸ ਹੱਕ ਦੀ ਆਵਾਜ਼ ਨੂੰ ਬੁਲੰਦ ਕਰ ਸਕਾਂਗੇ। ਮੈਂ ਅੱਜ ਕਹਿ ਰਿਹਾ ਕਿ ਮਹਿੰਗਾਈ ਆਊ, ਔਰ ਮਹਿੰਗਾਈ ਆਉਣ ਦੇ ਨਾਲ ਭੁੱਖਮਰੀ ਆਊ। ਕਿਵੇਂ ਆਊ? ਭੁੱਖਮਰੀ ਦਾ ਮਤਲਬ ਇਹ ਨਹੀਂ ਹੁੰਦਾ ਵੀ ਗੋਦਾਮਾਂ 'ਚ ਅਨਾਜ ਨਹੀਂ ਹੁੰਦੇ। 100 ਗੁਣਾ ਇਹ ਕਾਨੂੰਨ 'ਚ ਲਿਖ ਕੇ ਦਿੱਤਾ, ਇਹ ਕਾਨੂੰਨ 'ਚ ਲਿਖ ਕੇ ਦਿੱਤਾ, ਔਰ ਇਹ ਲਿਖ ਕੇ ਦਿੱਤਾ ਕਿ ਹੁਣ ਰੋਟੀ, ਜਿਹੜੀ ਰੋਟੀ ਕੱਪੜਾ ਮਕਾਨ ਆਪਾਂ ਕਹਿੰਦੇ ਸੀ, ਹੁਣ ਰੋਟੀ ਮੁੱਢਲੀਆਂ ਸੁਵਿਧਾਵਾਂ ਦੇ ਵਿੱਚ ਨਹੀਂ ਆਊ। ਇਸ ਤੋਂ ਵੱਡਾ ਹੰਕਾਰ ਮੋਦੀ ਸਰਕਾਰ ਦਾ ਹੋ ਸਕਦਾ ਕਿ ਰੋਟੀ ਗਰੀਬ ਦੀ ਮੁੱਢਲੀਆਂ ਸੁਵਿਧਾਵਾਂ ਦੇ ਵਿੱਚ ਨਹੀਂ, ਔਰ ਪੂੰਜੀਪਤੀ ਆਪਣੇ ਗੋਦਾਮਾਂ ਦੇ ਵਿੱਚ ਰੱਖ ਕੇ ਅਨਾਜ ਨੂੰ 50 ਤੋਂ 100 ਗੁਣਾ ਵੱਧ ਵੇਚ ਸਕਦਾ ਹੈ। ਭੁੱਖਮਰੀ ਇਸ ਕਰਕੇ ਨਹੀਂ ਆਉਂਦੀ ਕਿ ਅਨਾਜ ਖਤਮ ਹੋ ਗਿਆ। ਅਨਾਜ ਹੁੰਦਾ ਹੈ, ਗੋਦਾਮਾਂ ਦੇ ਵਿੱਚ ਅਨਾਜ ਹੁੰਦਾ ਹੈ, ਲੇਕਿਨ ਗਰੀਬ ਦੀ ਖਰੀਦ ਤੋਂ, ਗਰੀਬ ਦੀ ਤਾਕਤ ਤੋਂ ਉਹ ਅਨਾਜ ਪਰੇ ਹੁੰਦਾ ਹੈ। ਗਰੀਬ ਉਹਨੂੰ ਖਰੀਦ ਨਹੀਂ ਸਕਦਾ। ਇਸ ਕਰਕੇ ਮੈਂ ਕਹਿੰਦਾ ਕਿ ਸੱਚੇ ਹੱਲ ਵੱਲ ਵਧੀਏ। ਅਕਾਲੀ ਦਲ, ਕੁਝ ਹੋਰ ਲੋਕ ਇਹ ਕਹਿੰਦੇ ਨੇ ਕਿ ਸਾਰੇ ਪੰਜਾਬ ਨੂੰ ਮੰਡੀ ਬਣਾ ਦਿਓ। ਮੈਂ ਕਿਹਾ ਬਣਾ ਲਓ, ਅੱਜ ਬਣਾ ਲਓ, ਕੱਲ ਬਣਾ ਲਓ, ਲੇਕਿਨ ਕੀ ਸਰਕਾਰੀ ਖਰੀਦ ਹੋ? ਸਵਾਲ ਤੇ ਇਹ ਹੈ ਕਿ ਕੀ ਆਪਣੀ ਕਣਕ ਝੋਨੇ ਦੀ ਸਰਕਾਰੀ ਖਰੀਦ ਹੋਊ? ਇਹ ਸਭ ਤੋਂ ਵੱਡਾ ਸਵਾਲ ਹੈ। ਤੇ ਜੇ ਸਰਕਾਰੀ ਖਰੀਦ ਨਹੀਂ ਹੋਊ ਤੇ MSP ਕਿੱਥੋਂ ਆਊ? ਅੱਜ ਪੰਜਾਬ ਤੋਂ ਸਸਤੀ ਕਣਕ, ਧਿਆਨ ਨਾਲ ਸੁਣਨਾ, 15-20 ਮਿੰਟ ਹੋਰ ਬੋਲੂ, ਅੱਜ ਪੰਜਾਬ ਤੋਂ ਸਸਤੀ ਕਣਕ ਹੋਰ ਰਾਜ ਵੇਚਣ ਲੱਗੇ। ਫਿਰ ਪੂੰਜੀਪਤੀ ਇੱਥੋਂ ਕਿਉਂ ਲਊ ਕੋਈ? ਇਹ ਸਾਡਾ PDS ਸਿਸਟਮ ਮੁਕਾਉਣ ਦੇ ਉੱਤੇ ਤੁਲੇ ਹੋਏ ਨੇ। ਕਰੋਨਾ ਕਰਕੇ ਅੱਜ ਸਰਕਾਰ ਦੇ ਗੋਦਾਮਾਂ ਦੇ ਵਿੱਚ ਅਨਾਜ ਹੈ ਨਹੀਂ, ਇਸ ਕਰਕੇ ਇਸ ਸਾਲ ਚੁੱਕ ਲੈਣਗੇ, ਹੋ ਸਕਦਾ ਅਗਲੇ ਸਾਲ ਚੁੱਕ ਲੈਣ। ਫਿਰ ਉਦੋਂ ਬਾਅਦ ਕੀ ਹੋ? ਫਿਰ ਉਦੋਂ ਬਾਅਦ ਆਪਾਂ ਕੀ ਕਰਾਂਗੇ? ਇਹ ਪਿੱਠ ਦਿਖਾਉਣਗੇ, ਇਹ ਮੁਕਰਨਗੇ। ਅੱਜ FCI ਵੱਲੋਂ ਮੰਡੀ ਦੇ ਵਿੱਚ ਸਰਕਾਰੀ ਖਰੀਦ ਹੋ ਰਹੀ ਆ, ਪਰ ਮੈਨੂੰ ਨਹੀਂ ਲੱਗਦਾ ਕਿ ਸਾਲ 2 ਸਾਲ ਬਾਅਦ ਇਹ ਖਰੀਦ ਨੂੰ ਉਹ ਜਾਰੀ ਰੱਖਣਗੇ। ਉਹ ਡਾਇਰੈਕਟ ਬੈਂਕ ਟ੍ਰਾਂਸਫਰ ਲੈ ਕੇ ਆਉਣਗੇ। ਘੱਟ ਤੋਂ ਘੱਟ ਸਾਡੇ ਕੋਲ ਇਸ ਮਸਲੇ ਨੂੰ ਹੱਲ ਕਰਨ ਲਈ 1 ਸਾਲ ਹੈ, ਤੇ ਵੱਧ ਤੋਂ ਵੱਧ ਇਹ ਸੈਂਟਰ ਦੀ ਸਰਕਾਰ ਦੇ ਅਗਲੇ ਇਲੈਕਸ਼ਨ ਤੱਕ 3 ਸਾਲ ਨੇ। ਕਈ ਫਸਲਾਂ ਨੇ, ਧਿਆਨ ਨਾਲ ਸੁਣੋ, ਕਈ ਫਸਲਾਂ ਨੇ ਜਿਨ੍ਹਾਂ ਤੇ ਸਰਕਾਰੀ ਖਰੀਦ ਸਿਰਫ 2 ਤੇ ਹੁੰਦੀ ਹੈ। ਮੱਕੀ ਦੀ MSP ਜਿਹੜੀ ਅਸ਼ੋਧ ਇਨਕਮ ਹੈ, ਮੱਕੀ ਦੀ MSP 1850 ਹੈ, ਚੁੱਕੀ ਕਿੰਨੇ ਤੇ ਹੈ? 800 ਤੇ। ਚੁੱਕੀ ਕਿੰਨੇ ਤੇ ਹੈ? 600 ਤੇ। ਆ ਕਿਸਾਨ ਬੈਠੇ ਨੇ 600 ਤੇ ਚੁੱਕੀ ਹੈ। ਪ੍ਰਾਈਮ ਉਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।